ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ ਜਦੋਂ ਵੀ ਕਿਸੇ ਸ਼ੂਰਵੀਰ ਯੋਧਾ ਦਾ ਨਾਮ ਲਿੱਤਾ ਜਾਂਦਾ ਹੈ ਤਦ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਸਭ ਤੋਂ ਪਹਿਲੇ ਆਉਂਦਾ ਹੈ। ਸਭ ਤੋਂ ਪਹਿਲੇ ਇਹਨਾਂ ਦਾ ਨਾਮ ਲਿੱਤਾ ਜਾਂਦਾ ਹੈ। ਸੰਗਤ ਜੀ, ਅੱਜ ਅਸੀਂ ਇਸੀ ਬਹਾਦਰ ਯੋਧੇ ਦੇ ਜੀਵਨ ਬਾਰੇ ਵਿਚਾਰਾਂਗੇ। ਸਭ ਤੋਂ ਪਹਿਲਾਂ ਇਹਨਾਂ ਦੇ ਪਰਿਵਾਰ ਅਤੇ ਇਹਨਾਂ ਦੇ ਜਨਮ ਬਾਰੇ ਅਸੀਂ ਗੱਲ ਕਰਨੇ ਹਾਂ। ਆਪ ਜੀ ਦਾ ਜਨਮ 13 ਨਵੰਬਰ ਸੰਨ 1780 ਨੂੰ ਪਾਕਿਸਤਾਨ ਦੇ ਇੱਕ ਸ਼ਹਿਰ ਗੁਜਰਾਂਵਾਲਾ ਵਿੱਚ ਹੋਇਆ ਸੀ। ਆਪ ਜੀ ਦੀ ਮਾਤਾ ਦਾ ਨਾਮ ਰਾਜ ਕੌਰ ਸੀ ਅਤੇ ਆਪ ਜੀ ਦੇ ਪਿਤਾ ਜੀ ਦਾ ਨਾਮ ਮਹਾ ਸਿੰਘ ਸੀ, ਜੋ ਕਿ ਇੱਕ ਮਿਸਲ ਦੇ ਮੁਖੀਆ ਸਨ। ਆਪ ਜੀ ਦਾ ਜਦੋਂ ਜਨਮ ਹੋਇਆ ਤੇ ਆਪ ਜੀ ਦਾ ਨਾਮ ਬੁੱਧ ਸਿੰਘ ਰੱਖਿਆ ਗਿਆ ਸੀ ਅਤੇ ਫਿਰ ਬਾਅਦ ਵਿੱਚ ਆਪ ਜੀ ਦੇ ਪਰਾਕਰਮ ਅਤੇ ਸ਼ੂਰਵੀਰਤਾ ਨੂੰ ਦੇਖਦੇ ਹੋਏ ਰਣਜੀਤ ਸਿੰਘ ਨਾਮ ਆਪ ਜੀ ਦੇ ਪਿਤਾ ਜੀ ਨੇ ਰੱਖਿਆ ਸੀ। ਰਣਜੀਤ ਸਿੰਘ ਯਾਨੀ ਕਿ ਰਣ ਨੂੰ ਜਿੱਤਣ ਵਾਲਾ। ਸੰਗਤ ਜੀ, ਜਦੋਂ ਆਪ 5 ਸਾਲ ਦੇ ਹੋਏ ਸਨ, ਆਪ ਜੀ ਚੇਚਕ ਦਾ ਸ਼ਿਕਾਰ ਹੋ ਗਏ ਅਤੇ ਇਸ ਨਾਲ ਆਪ ਜੀ ਦੀ ਇੱਕ ਅੱਖ ਚਲੀ ਗਈ। ਆਪ ਜੀ ਜਦੋਂ 9-10 ਸਾਲ ਦੇ ਹੋਏ ਤਦ ਆਪ ਜੀ ਯੁੱਧ ਦੇ ਸਾਰੇ ਕਲਾਵਾਂ ਵਿੱਚ ਪੂਰੀ ਤਰ੍ਹਾਂ ਪਰਫੈਕਟ ਹੋ ਚੁੱਕੇ ਸੀ ਅਤੇ ਆਪਣੇ ਪਿਤਾ ਜੀ ਦੇ ਨਾਲ ਲੜਾਈਆਂ ਦੇ ਅਭਿਆਨਾਂ 'ਤੇ ਜਾਂਦੇ ਤੇ ਫਤਿਹ ਪਾਉਂਦੇ। ਜਦੋਂ ਆਪ 12 ਸਾਲ ਦੇ ਹੀ ਹੋਏ ਸਨ, ਆਪ ਜੀ ਦੇ ਪਿਤਾ ਚਲਾਣਾ ਕਰ ਗਏ ਅਤੇ ਛੋਟੀ ਉਮਰ ਦੇ ਵਿੱਚ ਹੀ ਆਪ ਜੀ ਨੂੰ ਉਸ ਮਿਸਲ ਦਾ ਮੁਖੀਆ ਬਣਾ ਦਿੱਤਾ ਗਿਆ। ਆਪ ਜੀ ਨੇ ਫਿਰ ਛੋਟੀਆਂ-ਮੋਟੀਆਂ ਹੋਰ ਮਿਸਲਾਂ ਨਾਲ ਲੜਾਈਆਂ ਲੜਨੀਆਂ ਸ਼ੁਰੂ ਕੀਤੀਆਂ ਅਤੇ ਉਹਨਾਂ ਉੱਤੇ ਬੜੀ ਤੇਜ਼ੀ ਨਾਲ ਫਤਿਹ ਪਾਣੀ ਸ਼ੁਰੂ ਕਰ ਦਿੱਤੀ। ਆਪ ਜੀ ਬਹੁਤ ਬਹਾਦਰ ਸਨ। ਆਪ ਜੀ ਨੇ ਆਪਣੇ ਜੀਵਨ ਦੇ ਵਿੱਚ 49 ਲੜਾਈਆਂ ਲੜੀਆਂ ਤੇ ਸਭ 'ਤੇ ਫਤਿਹ ਪਾਈ। ਫਿਰ ਆਪ ਜੀ ਨੇ ਸਭ ਤੋਂ ਪਹਿਲਾਂ ਪੂਰੇ ਪੰਜਾਬ ਨੂੰ ਇਕਜੁੱਟ ਕੀਤਾ। ਆਪ ਜੀ ਦਾ ਰਾਜ ਦੀ ਸੀਮਾ ਕਹਿੰਦੇ ਨੇ ਉਸ ਵੇਲੇ ਪੂਰੇ ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਸੀ। ਅੱਜ ਦਾ ਪੰਜਾਬ, ਹਰਿਆਣਾ, ਪੂਰਾ ਪਾਕਿਸਤਾਨ, ਜੰਮੂ ਕਸ਼ਮੀਰ, ਲੇਹ ਲਦਾਖ, ਤਿੱਬਤ, ਚੀਨ ਦੇ ਬਾਰਡਰ ਤੱਕ ਅਤੇ ਉੱਧਰ ਅਫਗਾਨਿਸਤਾਨ ਦੀ ਅੱਧੀ ਸੀਮਾ ਆਪ ਦੇ ਰਾਜ ਦੇ ਵਿੱਚ ਆਉਂਦੀ ਸੀ। ਆਪ ਜੀ ਦਾ ਰਾਜ ਬਹੁਤ ਅਮੀਰ ਅਤੇ ਖੁਸ਼ਹਾਲ ਸੀ। ਆਪ ਜੀ ਦੇ ਰਾਜ ਦੀ ਰਾਜਧਾਨੀ ਜੋ ਰਾਜਨੀਤਿਕ ਸੀ ਉਹ ਲਾਹੌਰ ਸੀ ਅਤੇ ਧਾਰਮਿਕ ਰਾਜਧਾਨੀ ਆਪ ਜੀ ਦੇ ਰਾਜ ਦੀ ਅੰਮ੍ਰਿਤਸਰ ਸੀ। ਆਪ ਜੀ ਨੇ ਆਪਣੇ ਰਾਜ ਦਾ ਨਾਮ ਖਾਲਸਾ ਰਾਜ ਰੱਖਿਆ। ਆਪ ਜੀ ਦਾ ਜੋ ਰਾਜ ਸੀ ਖਾਲਸਾ ਰਾਜ ਦੇ ਨਾਮ 'ਤੇ ਜਾਣਿਆ ਜਾਂਦਾ ਸੀ, ਯਾਨੀ ਕਿ ਖਾਲਸੇ ਦਾ ਰਾਜ। ਬਹਾਦਰ ਹੋਣ ਦੇ ਨਾਲ ਆਪ ਦਇਆਵਾਨ, ਦਾਨਵੀਰ ਅਤੇ ਨਿਮਰਤਾ ਦੇ ਪੁੰਜ ਵੀ ਸੀ। ਗੁਰੂ ਘਰ ਨਾਲ ਆਪ ਜੀ ਦਾ ਬਹੁਤ ਪਿਆਰ ਸੀ। ਆਪ ਜੀ ਨੇ ਜਦੋਂ ਖਾਲਸਾ ਰਾਜ ਦੀ ਆਪ ਜੀ ਨੇ ਸਿੱਕਾ ਚਲਾਇਆ, ਯਾਨੀ ਕਿ ਕਰੰਸੀ ਜਦੋਂ ਆਪ ਜੀ ਨੇ ਖਾਲਸਾ ਰਾਜ ਦੀ ਛਾਪੀ ਤਾਂ ਉਸ ਕਰੰਸੀ ਦਾ ਨਾਮ ਆਪ ਜੀ ਨੇ ਨਾਨਕਸ਼ਾਹੀ ਰੱਖਿਆ ਅਤੇ ਉਸ ਉੱਤੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਨਾਲ ਨਾਲ ਉੱਥੇ ਉਸ ਦੇ ਉੱਤੇ ਏਕ ਓਂਕਾਰ ਵੀ ਛਪਵਾਇਆ। ਕਹਿੰਦੇ ਨੇ ਪਹਿਲੇ ਦਿਨ ਜਿੰਨੇ ਵੀ ਸਿੱਕੇ ਛਪੇ ਸੀ ਉਹਨਾਂ ਸਿੱਕਿਆਂ ਨੂੰ ਆਪ ਜੀ ਨੇ ਗਰੀਬਾਂ ਨੂੰ ਵੰਡ ਦਿੱਤਾ। ਗੁਰੂ ਘਰਾਂ ਨੂੰ ਆਪ ਜੀ ਨੇ ਖਜ਼ਾਨੇ ਵਿੱਚੋਂ ਬਹੁਤ ਦੌਲਤ ਦਿੱਤੀ। ਸੋਨੇ ਦਾ ਕਵਚ
ਆਪ ਜੀ ਨੇ ਹਰਿਮੰਦਰ ਸਾਹਿਬ ਦੇ ਵਿੱਚ ਵੀ ਲਗਵਾਇਆ। ਆਪ ਇੰਨੇ ਦਇਆਵਾਨ ਅਤੇ ਦਾਨਵੀਰ ਸੀ, ਕਹਿੰਦੇ ਨੇ ਕੁਝ ਬੱਚੇ ਇੱਕ ਬੇਰੀ ਤੋਂ ਪੱਥਰ ਮਾਰ ਕੇ ਬੇੜ ਤੋੜ ਰਹੇ ਸੀ, ਤਾਂ ਆਪ ਜੀ ਨੂੰ ਇੱਕ ਪੱਥਰ ਆ ਕੇ ਲੱਗਿਆ। ਆਪ ਦੇ ਸਿਪਾਹੀਆਂ ਨੇ ਉਹਨਾਂ ਬੱਚਿਆਂ ਨੂੰ ਜਦੋਂ ਝਾੜਿਆ ਤੇ ਆਪ ਜੀ ਨੇ ਝਾੜਨ ਤੋਂ ਮਨਾ ਕੀਤਾ ਤੇ ਕਿਹਾ, ਬੱਚਿਓ, ਇੱਕ ਪੱਥਰ ਮਾਰ ਕੇ ਜਿਹੜੀ ਬੇਰੀ ਤੁਹਾਨੂੰ ਇੱਕ ਬੇਰ ਦਿੰਦੀ ਹੈ, ਤਾਂ ਇੱਕ ਪੱਥਰ ਤਾਂ ਅੱਜ ਮੈਨੂੰ ਵੀ ਵੱਜਿਆ ਹੈ, ਤੁਹਾਨੂੰ ਮੇਰੇ ਕੋਲੋਂ ਵੀ ਕੁਝ ਮਿਲਣਾ ਚਾਹੀਦਾ ਹੈ। ਤੇ ਆਪ ਜੀ ਨੇ ਉਹਨਾਂ ਸਾਰੇ ਬੱਚਿਆਂ ਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਤੇ ਕਿਹਾ, ਜਾਓ ਬੱਚੋ, ਖੇਡੋ। ਗੁਰੂ ਘਰ ਨਾਲ ਜਿਵੇਂ ਕਿ ਪਤਾ ਹੈ ਆਪ ਜੀ ਦਾ ਬਹੁਤ ਪਿਆਰ ਸੀ। ਜਦੋਂ ਵੀ ਆਪ ਕਿਸੇ ਜੰਗ ਦੀ ਮੁਹਿੰਮ 'ਤੇ ਜਾਂਦੇ, ਹਰਿਮੰਦਰ ਸਾਹਿਬ ਦੇ ਵਿੱਚ ਦਰਸ਼ਨ ਕਰਦੇ ਅਤੇ ਅਰਦਾਸ ਕਰਕੇ ਜਾਂਦੇ, ਔਰ ਜਦੋਂ ਆਉਂਦੇ ਤੇ ਸ਼ੁਕਰਾਨਾ ਕਰਨ ਇੱਥੇ ਜ਼ਰੂਰ ਆਉਂਦੇ। ਆਪ ਜੀ ਹਰ ਸੰਗਰਾਂਦ ਅਤੇ ਮੱਸਿਆ ਨੂੰ ਆਪਣੇ ਸਾਰੇ ਰੁਝੇਵੇਂ ਛੋੜ ਕੇ ਹਰਿਮੰਦਰ ਸਾਹਿਬ ਦੇ ਵਿੱਚ ਇਸ਼ਨਾਨ ਜ਼ਰੂਰ ਕਰਦੇ। ਪੂਰੀ ਲਾਈਫ ਵਿੱਚ ਆਪ ਨੇ ਇਸ ਦੀ ਉਲੰਘਣਾ ਨਹੀਂ ਕੀਤੀ। ਬੇਸ਼ੁਮਾਰ ਕੋਹਿਨੂਰ ਦਾ ਹੀਰਾ ਵੀ ਆਪ ਨੇ ਕਸ਼ਮੀਰ 'ਤੇ 1813 ਦੇ ਵਿੱਚ ਫਤਿਹ ਪਾ ਕੇ ਉਸ ਦੇ ਸ਼ਾਸਕ ਕੋਲੋਂ ਹਾਸਿਲ ਕੀਤਾ ਸੀ। ਇਹ ਫਿਰ ਆਪ ਦੇ ਰਾਜ ਵਿੱਚ ਬਹੁਤ ਸਾਲ ਰਿਹਾ ਸੀ। 1839 ਵਿੱਚ ਖਾਲਸਾ ਜੀ ਆਪ ਚਲਾਣਾ ਕਰ ਗਏ ਅਤੇ ਉਸ ਤੋਂ ਬਾਅਦ ਆਪ ਜੀ ਦੇ ਪੁੱਤਰ ਦਲੀਪ ਸਿੰਘ ਕੋਲੋਂ 1849 ਵਿੱਚ ਲਾਰਡ ਡਲਹੌਜੀ, ਜੋ ਅੰਗਰੇਜ਼ ਫੌਜ ਦੇ ਉਸ ਸਮੇਂ ਕਮਾਂਡਰ ਸੀ, ਉਸ ਨੇ ਦਲੀਪ ਸਿੰਘ ਕੋਲੋਂ ਹੀਰਾ ਹਾਸਿਲ ਕਰ ਲਿਆ ਅਤੇ ਉਸ ਨੂੰ ਇੰਗਲੈਂਡ ਦੇ ਵਿੱਚ ਲੈ ਗਿਆ ਅਤੇ ਉਸ ਨੇ ਇੰਗਲੈਂਡ ਦੇ ਵਿੱਚ ਜਾ ਕੇ ਮਹਾਰਾਣੀ ਵਿਕਟੋਰੀਆ ਨੂੰ ਦੇ ਦਿੱਤਾ। ਅੱਜ ਵੀ ਉਹ ਹੀਰਾ ਇੰਗਲੈਂਡ ਦੇ ਵਿੱਚ ਹੈ। ਖਾਲਸਾ ਜੀ, ਇਹ ਸੀ ਕੁਛ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੂੰ ਸ਼ੇਰੇ ਪੰਜਾਬ ਵੀ ਕਿਹਾ ਜਾਂਦਾ ਸੀ, ਇਹਨੇ ਜੀਵਨ ਦੀ ਕੁਛ ਜਾਣਕਾਰੀ। ਇੱਕ ਨਵੀਂ ਜਾਣਕਾਰੀ ਅਸੀਂ ਫਿਰ ਲੈ ਕੇ ਮਿਲਾਂਗੇ। ਤਦ ਤੱਕ ਤੁਸੀਂ ਖੁਸ਼ ਰਹੋ ਔਰ ਆਪਣਾ ਖਿਆਲ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।